ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਿਆਸੀ ਸਤ੍ਹਾ ਦੇ ਉੱਤੇ ਕੋਈ ਡਿਵੈਲਪਮੈਂਟਸ ਹੋਈਆਂ ਨੇ ਔਰ ਉਹ ਡਿਵੈਲਪਮੈਂਟਸ ਦੀ ਤੋਖੂ ਕੀਤੀ ਜਾ ਰਹੀ ਸੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ। ਹੋਇਆ ਇਹ ਕਿ ਇਮਰਾਨ ਖਾਨ ਸਾਹਿਬ ਦੇ ਨਾਲ 3 ਵਾਰ ਰਾਬਤਾ ਕੀਤਾ ਗਿਆ ਕਿ ਤੁਸੀਂ ਮੁਜ਼ਾਕਰਾਤ 'ਤੇ ਆ ਜਾਓ, ਤੁਸੀਂ ਗੱਲ ਕਰੋ ਸਾਡੇ ਨਾਲ ਤਾਂ ਕਿ ਮੁਲਕ ਦੇ ਵਿੱਚ ਜਿਹੜਾ ਸਿਆਸੀ ਬਹਰਾਨ ਹੈ ਇਹ ਖਤਮ ਹੋਵੇ ਔਰ ਅੱਗੇ ਮਈਸ਼ਤ ਵਧੇ ਜਾਂ ਲੋਕਾਂ ਦੇ ਮਸਾਇਲ ਹੱਲ ਹੋਣ ਔਰ ਮੁਲਕ ਗੈਰ ਯਕੀਨੀ ਸੂਰਤ ਹਾਲ ਦਾ ਜਿਹੜਾ ਸ਼ਿਕਾਰ ਹੈ ਲੰਮੇ ਅਰਸੇ ਤੋਂ ਇਹਦੇ ਵਿੱਚੋਂ ਨਿਕਲੀਏ ਅਸੀਂ। ਇਮਰਾਨ ਖਾਨ ਸਾਹਿਬ ਨੇ ਕੱਲ੍ਹ ਇਹ ਤਾਜ਼ਾ ਜਿਹੜੀ ਗੱਲ ਹੈ ਹਫਤੇ ਵਾਲੇ ਦਿਨ ਉਹਨਾਂ ਨੇ ਗੱਲ ਕਰਦੇ ਹੋਏ ਕੁਝ ਸਹਾਫੀਆਂ ਦੇ ਜ਼ਰੀਏ ਇੱਕ ਮੈਸੇਜ ਦਿੱਤਾ। ਉਹ ਮੈਸੇਜ ਇਹ ਵੇ ਕਿ ਅਗਰ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਗਵਰਨਮੈਂਟ ਜਾਂ ਸਟੈਬਲਿਸ਼ਮੈਂਟ, 3 ਮੁਤਾਲਬੇ ਨੇ। ਇੱਕ ਮੁਤਾਲਬਾ ਉਹਨਾਂ ਦਾ ਇਹ ਵੇ ਕਿ ਉਹਨਾਂ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਪਾਰਟੀ ਕਾਰਕੁਨ ਜਿਹੜੇ ਨੇ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮਾਤ ਬਣੇ ਨੇ ਉਹ ਖਤਮ ਕੀਤੇ ਜਾਣ ਔਰ ਉਹਨਾਂ ਨੂੰ ਰਿਹਾ ਕੀਤਾ ਜਾਵੇ। ਦੂਸਰਾ ਇਹ ਵੇ ਕਿ ਜਿਹੜਾ ਮੈਂਡੇਟ ਹੈਗਾ ਉਹਨਾਂ ਦਾ ਉਹ ਵਾਪਸ ਦਿੱਤਾ ਜਾਵੇ, ਯਾਨੀ ਮੁਕੱਦਮਾਤ ਦਾ ਖਾਤਮਾ 1 ਤੇ ਉਹਨਾਂ ਦੇ ਆਪਣੇ ਔਰ ਸਾਥੀਆਂ ਦੀ ਰਿਹਾਈ 2 ਤੇ ਮੈਂਡੇਟ ਦੀ ਵਾਪਸੀ 3। ਇਹ 3 ਗੱਲਾਂ ਉਹਨਾਂ ਨੇ ਕਹੀਆਂ ਨੇ। ਹੁਣ ਕਿ ਅਗਰ ਇਹ ਹਕੂਮਤ ਮੰਨ ਜਾਂਦੀ ਇਹਦੇ ਉੱਤੇ ਤੇ ਉਹ ਗੱਲਬਾਤ ਕਰਨ ਵਾਸਤੇ ਤਿਆਰ ਨੇ, ਯਾਨੀ ਇਹਦਾ ਮਤਲਬ ਕਿ ਉਹਨਾਂ ਦੇ ਰਵੱਈਏ ਦੇ ਵਿੱਚ ਕਿਸੇ ਹੱਦ ਤੱਕ ਲਚਕ ਆਈ ਹੈ, ਜਿਹੜੇ ਪਹਿਲੇ ਉਹ ਬਿਲਕੁਲ ਗੱਲ ਕਰਨ ਨੂੰ ਤਿਆਰ ਨਹੀਂ ਸਨੇਗੇ। ਤੇ ਇਮਰਾਨ ਖਾਨ ਸਾਹਿਬ ਨੇ ਇਹ 3 ਰੱਖੀਆਂ ਗੱਲਾਂ। ਹੁਣ ਇਹਦੇ ਨਾਲ ਅਸੀਂ ਇਹ ਵੇਖਦੇ ਹਾਂ ਕਿ ਸਾਈਡ ਬਾਏ ਸਾਈਡ ਕਿਹੜੇ ਐਸੇ ਵਾਕਿਆਤ ਹੋ ਰਹੇ ਨੇ ਕਿ ਜਿਹੜੇ ਇਹ ਦੱਸਦੇ ਨੇ ਕਿ ਇਹਨਾਂ ਦੇ ਮੁਤਾਲਬਾਤ ਔਰ ਉਹਨਾਂ ਦੇ ਦਰਮਿਆਨ ਇੱਕ ਤਾਲੁਕ ਹੈਗਾ ਔਰ ਇਹ ਤਾਲੁਕ ਨੂੰ ਮਿਲਾ ਕੇ ਅਸੀਂ ਜਦੋਂ ਵੇਖਾਂਗੇ ਤੇ ਸਾਡੇ ਸਾਹਮਣੇ ਸਿਆਸੀ ਸੂਰਤ ਹਾਲ ਵਾਜ਼ਿਹ ਹੁੰਦੀ ਜਾਏਗੀ। ਮਸਲਨ ਇੱਕ ਤਾਲੁਕ ਇਹ ਵੇ ਕਿ ਮੀਆਂ ਸ਼ਹਬਾਜ਼ ਸ਼ਰੀਫ ਜਿਹੜੇ ਨੇ ਵਜ਼ੀਰ ਆਜ਼ਮ ਪਾਕਿਸਤਾਨ, ਉਹ ਆਪਣੇ ਵੱਡੇ ਭਾਈ ਤੇ ਮੁਸਲਿਮ ਲੀਗ ਨੂਨ ਦੇ ਕਾਇਦ ਮੀਆਂ ਨਵਾਜ਼ ਸ਼ਰੀਫ ਦੇ ਨਾਲ ਮਿਲੇ ਨੇ ਔਰ ਉਹਨਾਂ ਨੇ ਮੁਲਾਕਾਤ ਦੇ ਦੌਰਾਨ ਜਿਹੜੀ ਗੱਲ ਕੀਤੀ ਉਹ ਸੁਪਰੀਮ ਕੋਰਟ ਦੇ ਉਸ ਫੈਸਲੇ ਜਿਹੜਾ ਮਖਸੂਸ ਨਸ਼ਿਸਤਾਂ ਦਾ ਫੈਸਲਾ ਸੀ ਕਿ ਤਹਿਰੀਕ ਇਨਸਾਫ ਨੂੰ ਉਹਨਾਂ ਦੀਆਂ ਮਖਸੂਸ ਨਸ਼ਿਸਤਾਂ ਵਾਪਸ ਦਿੱਤੀਆਂ ਜਾਣ, ਉਸ ਫੈਸਲੇ ਦੇ ਉੱਤੇ ਉਹਨੇ ਦੋਵਾਂ ਦੇ ਭਰਾਵਾਂ ਦੇ ਵਿੱਚ ਆਪਸ 'ਚ ਗੱਲ ਹੋਈ। ਲੇਕਿਨ ਇਹ ਜ਼ਾਹਿਰ ਹੈ ਭਰਾਵਾਂ ਦੀ ਗੱਲ ਨਹੀਂ, ਇਹਨੂੰ ਤੁਸੀਂ ਕੌਮੀ ਮੰਜ਼ਰਨਾਮੇ 'ਤੇ ਵੇਖੋਗੇ ਤੇ ਰੂਲਿੰਗ ਪਾਰਟੀ ਜਿਹੜੀ ਉਹਦੇ 2 ਅਹਿਮ ਔਰ ਬੁਨਿਆਦੀ ਜਿਹੜੇ ਰਹਿਨੁਮਾ ਨੇ ਇਹ ਉਹਨਾਂ ਦੇ ਦਰਮਿਆਨ ਗੱਲਬਾਤ ਹੋਈ ਔਰ ਇਸ ਗੱਲਬਾਤ ਦੇ ਵਿੱਚ ਜਾਣਨ ਵਾਲੇ ਦੱਸਦੇ ਨੇ ਕਿ ਜੀ ਮੀਆਂ ਨਵਾਜ਼ ਸ਼ਰੀਫ ਬੜੇ ਖੁਸ਼ ਨਹੀਂ ਹੈਗੇ ਇਸ ਫੈਸਲੇ ਤੋਂ। ਹਰ ਅਦਾਲਤ ਦਾ ਇੱਕ ਫੈਸਲਾ ਹੈ, ਉਹ ਤੋਂ ਖੁਸ਼ ਨਾ ਹੋਣ ਦੀ ਤਾਂ ਇੱਕ ਅਲੱਗ ਗੱਲ ਹੈ ਤੇ ਕਾਨੂੰਨੀ ਉਹ ਮਾਮਲਾ ਹੈ, ਉਹਦੇ ਤੋਂ ਕੋਈ ਖੁਸ਼ ਹੋਵੇ ਨਾ ਹੋਵੇ, ਲੇਕਿਨ ਇੱਕ ਫੈਸਲਾ ਹੈ, ਫੁੱਲ ਕੋਰਟ ਦਾ ਫੈਸਲਾ। ਤੇ ਇਹਦੇ ਤੋਂ ਬਾਅਦ ਇੱਕ ਡਿਵੈਲਪਮੈਂਟ ਇਹ ਹੋਈ, ਤੁਸੀਂ ਲਾ ਲਓ ਕਿ ਫੈਸਲ ਵਾਡਾ ਤੇ ਨਬੀਲ ਗਬੋਲ, ਇਹ 2 ਬੰਦੇ ਜੇ 2 ਸਿਆਸੀ ਰਹਿਨੁਮਾ ਜਿਹੜੇ ਨੇ ਇਹ ਕੁਝ ਅਰਸੇ ਦਾ ਟੀਵੀ ਟਾਕ ਸ਼ੋਜ਼ ਦੇ ਉੱਤੇ ਔਰ ਪ੍ਰਿੰਟ ਮੀਡੀਆ ਨੂੰ ਜਿਹੜੇ ਬਿਆਨਾਤ ਜਾਰੀ ਕਰਨ ਡਏ ਸੀ ਉਹਦੇ ਵਿੱਚ ਮੁਸਲਸਲ ਕਹਿ ਰਹੇ ਸਨ ਕਿ ਇਹ ਮਖਸੂਸ ਨਸ਼ਿਸਤਾਂ PTI ਨੂੰ ਨਹੀਂ ਮਿਲ ਸਕਦੀਆਂ ਔਰ ਨਾ ਮਿਲਣਗੀਆਂ। ਅੱਛਾ, ਲੋਕ ਇਹ ਸਮਝਦੇ ਨੇ ਕਿ ਇਹ ਬੋਲਦੇ ਕਿਹਦੇ ਬਿਹਾਫ 'ਤੇ ਬੋਲਦੇ ਨੇ। ਜ਼ਾਹਿਰ ਫੈਸਲ ਵਾਡਾ ਦੀ ਕੋਈ ਸਿਆਸੀ PTI ਤੋਂ ਅਲੱਗ ਹੋ ਕੇ ਤਾਂ ਆਪਣੀ ਹੈਸੀਅਤ ਕੋਈ ਨਹੀਂ ਹੈਗੀ ਨਾ, ਉਹ ਕਿਸੇ ਪਾਰ ਦਾ ਨੁਮਾਇੰਦਾ ਸਮਝਿਆ ਜਾਂਦਾ ਫੈਸਲ ਵਾਡਾ ਨੂੰ ਔਰ ਪਿਛਲੇ ਕੁਝ ਅਰਸੇ 'ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਈ ਉਹਦੇ 'ਚ ਪੂਰੀਆਂ ਵੀ ਹੋਈਆਂ। ਅਤੇ ਜਦੋਂ ਉਹ ਇਹ ਕਹਿੰਦੇ ਸੀ ਕਿ ਤਹਿਰੀਕ ਇਨਸਾਫ ਨੂੰ ਮਖਸੂਸ ਨਸ਼ਿਸਤਾਂ ਨਹੀਂ ਮਿਲਣਗੀਆਂ ਤੇ ਅਕਸਰ ਲੋਕ ਸਮਝਦੇ ਸਨ ਕਿ ਸ਼ਾਇਦ ਇੰਝ ਹੀ ਹੋਵੇਗਾ, ਲੇਕਿਨ ਉਸ ਤੋਂ ਉਲਟ ਹੋਇਆ। ਅਤੇ ਇਹਦੇ ਤੋਂ ਮਾਹਿਰੀਨ ਜਿਹੜੇ ਨੇ ਉਹ ਇੱਕ ਤਜਜ਼ੀਆ ਕਰਦੇ ਨੇ ਕਿ ਸ਼ਾਇਦ ਸਾਰੀਆਂ ਚੀਜ਼ਾਂ ਜਿਹੜੀ ਕੈਲਕੂਲੇਸ਼ਨ ਕਰਨ ਵਾਲੇ ਨੇ ਉਹਨਾਂ ਦੇ ਮਰਜ਼ੀ ਦੇ ਮੁਤਾਬਕ ਨਹੀਂ ਹੋ ਰਹੀਆਂ। ਜਿਵੇਂ ਉਹ ਕਿਸੇ ਨੂੰ ਡਿਕਟੇਸ਼ਨ ਦਿੰਦੇ ਨੇ ਜਾਂ ਕਹਿੰਦੇ ਨੇ ਉਂਝ ਨਹੀਂ ਹੋ ਰਿਹਾ, ਕੁਝ ਜਿਹੜਾ ਹੈ ਉਹ ਆਪਣੇ ਆਪ ਵੀ ਹੋ ਰਿਹਾ ਵੇ ਔਰ ਹਾਲਾਤ ਦਾ ਜਬਰ ਜਿਹੜਾ ਹੈ ਉਹ ਵੀ ਕੁਝ ਚੀਜ਼ਾਂ ਨੂੰ ਨਵਾਂ ਰਾਹ ਦੇ ਰਿਹਾ। ਅਤੇ ਉਹ ਨਵੇਂ ਰਾਹ ਦੇ ਜ਼ਰੀਏ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਮੰਜ਼ਰਨਾਮਾ ਬਣਨ ਡਿਆ ਵੇ, ਉਹਦੇ ਵਿੱਚ ਹਕੂਮਤ ਨੂੰ ਥੋੜ੍ਹੀ ਜਿਹੀ ਫਿਕਰ ਲਾਹਕ ਹੋ ਗਈ ਹੈ ਔਰ ਹਕੂਮਤੀ ਜਿਹੜੇ ਵਜ਼ਰਾ ਨੇ ਉਹਨਾਂ ਨੇ ਇੱਕ ਬਿਆਨੀਆ ਘੜਿਆ ਵੇ। ਉਹ ਕਹਿ ਰਹੇ ਨੇ ਕਿ ਜਨਾਬ ਤਹਿਰੀਕ ਇਨਸਾਫ ਤਾਂ ਪਾਰਲੀਮੈਂਟ ਉਹਦੇ 'ਚ ਸੁਪਰੀਮ ਕੋਰਟ ਗਈ ਨਹੀਂ ਸੀ ਅਤੇ ਇਨਸਾਫ ਜਿਹੜਾ ਉਹ ਤਾਂ ਮਿਲਣਾ ਸੀ ਸੁੰਨੀ ਇਤਿਹਾਦ ਨੂੰ ਅਤੇ ਮਿਲ ਇਹਨਾਂ ਨੂੰ ਗਿਆ। ਇਹਦੇ ਉੱਤੇ ਵੀ ਜਿਹੜੇ ਕਮੈਂਟੇਟਰ ਨੇ ਉਹਨਾਂ ਦਾ ਖਿਆਲ ਹੈ ਕਿ ਇਹ ਲਾਅ ਨੂੰ ਨਾ ਸਮਝਣ ਵਾਲੇ ਲੋਕਾਂ ਦੀ ਇਹ ਗੱਲ ਹੈ। ਅਗਰ ਇਹ ਦੇਖਿਆ ਜਾਵੇ ਕਿ ਸੁਪਰੀਮ ਕੋਰਟ ਦੇ ਸਾਹਮਣੇ ਇੱਕ ਸਿਚੁਏਸ਼ਨ ਸੀ, ਇੱਕ ਕਾਨੂੰਨੀ ਔਰ ਆਈਨੀ ਸਿਚੁਏਸ਼ਨ ਸੀ, ਉਸ ਸਿਚੁਏਸ਼ਨ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਆਇਨ ਉਹਦੀ ਵਜ਼ਾਹਤ ਨਹੀਂ ਸੀ ਕਰ ਪਾ ਰਿਹਾ ਅਤੇ ਉਹਨਾਂ ਨੇ ਵੇਖਿਆ ਮੁਸਲਸਲ ਕਿ ਕੁਝ ਜਗ੍ਹਾ ਦੇ ਉੱਤੇ ਵਾਇਲੇਸ਼ਨ ਹੋਈ ਹੈ ਆਇਨ ਦੀ, ਕੁਝ ਕਾਨੂੰਨ ਦੀਆਂ ਖਿਲਾਫ ਵਰਜ਼ੀਆਂ ਹੋਈਆਂ, ਕੁਝ ਜਿਹੜੇ ਇਲੈਕਸ਼ਨ ਕਮਿਸ਼ਨ ਵਰਗੇ ਇਦਾਰੇ ਨੇ ਉਹਨਾਂ ਨੇ ਆਪਣੇ ਫਰਾਈਜ਼ ਜਾਣ ਬੁੱਝ ਕੇ
ਅਦਾ ਨਹੀਂ ਕੀਤੇ ਔਰ ਕ੍ਰਾਈਸਿਸ ਮੁਲਕ ਦੇ ਵਿੱਚ ਪੈਦਾ ਕੀਤੇ। ਅਤੇ ਉਸ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਰ ਸੁਧਾਰ ਲਿਆਉਣਾ ਹੈ ਤਾਂ ਫਿਰ ਇੰਝ ਦਾ ਫੈਸਲਾ ਕੀਤਾ ਜਾਵੇ, ਅਤੇ ਉਹਨਾਂ ਨੇ ਫੈਸਲਾ ਦਿੱਤਾ। ਅੱਛਾ, ਇਹ ਪੂਰਾ ਇੱਕ ਲੀਗਲ ਜਿਹੜਾ ਮਾਈਂਡ ਹੈ ਉਹ ਅਪਲਾਈ ਹੋਇਆ ਹੈ ਉੱਥੇ, ਔਰ ਇਹਨੂੰ ਤੁਸੀਂ ਸਿਆਸੀ ਹਵਾਲੇ ਨਾਲ ਨਹੀਂ ਵੇਖਣਾ ਚਾਹੀਦਾ, ਇਹਨੂੰ ਲੀਗਲ ਹਵਾਲੇ ਨਾਲ ਹੀ ਵੇਖਣਾ ਚਾਹੀਦਾ ਹੈ। ਜਦੋਂ ਕਿ ਹੁਕਮਰਾਨ ਪਾਰਟੀ ਦੇ ਜਿਹੜੇ ਲੋਕ ਨੇ ਉਹ ਇਹਨੂੰ ਕਹਿ ਰਹੇ ਨੇ ਕਿ ਇਹ ਕਾਨੂੰਨੀ ਨਹੀਂ, ਇਹ ਸਿਆਸੀ ਫੈਸਲਾ ਹੈ। ਬਹਰਹਾਲ ਇਹ ਉਹਨਾਂ ਦੀ ਮਰਜ਼ੀ ਦੇ ਖਿਲਾਫ ਗਿਆ ਵੇ, ਅਤੇ ਇੱਥੋਂ ਇਹ ਲੱਗ ਰਿਹਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਇਹ ਕੁਝ ਹੁਕੂਮਤਾਂ ਦੇ ਔਰ ਤਾਕਤਵਰ ਅਫਰਾਦ ਦੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਹੋ ਰਹੀਆਂ ਨੇ, ਅਤੇ ਮਰਜ਼ੀ ਤੋਂ ਬਗੈਰ ਜਿਹੜੀ ਚੀਜ਼ ਹੋ ਰਹੀ ਹੈ ਉਹਦੇ ਵੱਲ ਹੀ ਸਾਨੂੰ ਜਾਣਾ ਪਏਗਾ ਅਗਲੀ ਸਿਚੁਏਸ਼ਨ ਵੇਖਣ ਵਾਸਤੇ ਕਿ ਕੀ ਬਣ ਸਕਦਾ ਹੈ। ਮੀਆਂ ਸ਼ਬਾਜ਼ ਸ਼ਰੀਫ ਨੇ ਕਿਹਾ, ਕੱਲ੍ਹ ਇੱਕ ਬਿਆਨ ਦਿੱਤਾ, ਉਹਨਾਂ ਨੇ ਕਿਹਾ ਜੀ ਕਿ ਅਗਰਚੇ ਉਹ ਟੈਕਸ ਦੇ ਹਵਾਲੇ ਨਾਲ ਹੈਗਾ, ਉਹਦੇ ਨਾਲ ਜੋੜ ਕੇ ਦਿੱਤਾ ਗਿਆ, ਲੇਕਿਨ ਲੋਕ ਉਹਨੂੰ ਉਹਦੇ ਤੋਂ ਬਾਹਰ ਕੱਢ ਕੇ ਵੀ ਵੇਖ ਰਹੇ ਨੇ। ਉਹਨਾਂ ਕਿਹਾ ਕਿ ਅਗਰ ਮੇਰੇ 'ਤੇ ਕੋਈ ਦਬਾਅ ਪਾਇਆ ਗਿਆ ਤਾਂ ਮੈਂ ਅਸਤੀਫਾ ਦੇ ਦਿਆਂਗਾ। ਇਹਦੀ ਵਜ਼ਾਹਤ ਉਹਨਾਂ ਨੇ ਸ਼ਾਇਦ ਅੱਜ ਕੱਲ੍ਹ ਦੇ ਵਿੱਚ ਕਰਨ ਕਿ ਕੀ ਦਬਾਅ ਹੈਗਾ ਸੀ ਉਹਨਾਂ ਦੇ ਉੱਤੇ। ਜਾਂ ਇਹ ਵੀ ਹੋ ਸਕਦਾ ਕਿ ਜਿਵੇਂ ਹਮੇਸ਼ਾ ਲਈ ਸਿਆਸਤਦਾਨ ਇਹੋ ਜਿਹੀ ਸਟੇਟਮੈਂਟ ਦੇਣ ਤੋਂ ਬਾਅਦ ਚੁੱਪ ਹੋ ਜਾਂਦੇ ਨੇ ਔਰ ਉਹ ਇੰਤਜ਼ਾਰ ਕਰਦੇ ਨੇ ਕਿ ਜਿਹੜੀ ਤਾਕਤਾਂ ਨੂੰ ਉਹਨਾਂ ਨੇ ਮੈਸੇਜ ਉਹ ਦਿੱਤਾ ਹੋਵੇ ਉਹਨਾਂ ਦਾ ਕੋਈ ਰਿਐਕਸ਼ਨ ਆਵੇ, ਉਹ ਕੋਈ ਰਿਸਪੌਂਡ ਕਰਨ ਉਹਨਾਂ ਦੇ ਉੱਤੇ, ਉਸ ਬਿਆਨ ਦੇ ਉੱਤੇ, ਅਤੇ ਫਿਰ ਉਹ ਨਵੇਂ ਸਿਰੇ 'ਤੇ ਕੋਈ ਨੈਗੋਸੀਏਸ਼ਨ ਕਰਨ। ਅਤੇ ਇਹ ਇੱਕ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਦੇ ਉੱਤੇ ਕੋਈ ਦਬਾਅ ਵੀ ਆ ਰਿਹਾ ਵੇ, ਉਹਨਾਂ ਨੂੰ ਜਾਂ ਤਾਂ ਕਿਹਾ ਜਾ ਰਿਹਾ ਕਿ ਮੁਜ਼ਾਕਰਾਤ ਕਰੋ, ਜਾਂ ਕਿਹਾ ਜਾ ਰਿਹਾ ਕਿ ਨਾ ਕਰੋ, ਔਰ ਉਹ ਕਰਨਾ ਚਾਹੁੰਦੇ ਨੇ, ਜਾਂ ਫਿਰ ਉਹ ਮੁਫਾਹਮਤ ਵੱਲ ਜਾਣਾ ਚਾਹੁੰਦੇ ਨੇ ਅਤੇ ਕੋਈ ਕਹਿੰਦਾ ਉਹਨਾਂ ਨੂੰ ਕਹਿੰਦਾ ਕਿ ਨਾ ਕਰੋ ਮੁਫਾਹਮਤ, ਜਾਂ ਉਹ ਮੁਫਾਹਮਤ ਨਹੀਂ ਕਰਨਾ ਚਾਹੁੰਦੇ ਅਤੇ ਕੋਈ ਉਹਨਾਂ ਨੂੰ ਕਹਿ ਰਿਹਾ ਕਿ ਜਨਾਬ ਮੁਫਾਹਮਤ ਕਰੋ। ਇਹੀ ਗੱਲਾਂ ਨੇ ਨਾ। ਇਸ ਮੁਲਕ ਦੀ ਮਈਸ਼ਤ ਔਰ ਜਿਹੜੇ ਹੈ ਨਾ ਬਾਕੀ ਚੀਜ਼ਾਂ ਇਹ ਬਾਅਦ ਦੇ ਵਿੱਚ ਆਉਂਦੀਆਂ। ਪਹਿਲੇ ਜਿਹੜਾ ਹੈ ਇਹ ਰੋਲ ਤੈਅ ਕਰਨ ਦਾ ਜਿਹੜਾ ਮਾਮਲਾ ਇਹ ਸਭ ਨਾਲੋਂ ਪਹਿਲੇ ਹੁੰਦਾ ਹੈ ਕਿ ਅਗਰ ਤਾਂ ਹਕੂਮਤ ਆਪਣਾ ਕੋਈ ਰੋਲ ਕਿਤੇ ਵੇਖ ਰਹੀ ਅਤੇ ਫਿਰ ਤਾਂ ਉਹਨੂੰ ਲੱਗੇਗਾ ਕਿ ਮੈਂ ਅੱਗੇ ਵਧਾਂ, ਫਿਰ ਉਹ ਅਸਤੀਫੇ ਦੀਆਂ ਜਾਂ ਇੰਝ ਦੀਆਂ ਗੱਲਾਂ ਨਹੀਂ ਕਰਦੇ ਲੋਕ। ਅਤੇ ਅਗਰ ਉਹਨਾਂ ਨੂੰ ਇਹ ਲੱਗਣਾ ਸ਼ੁਰੂ ਹੋ ਜਾਏ, ਵਜ਼ੀਰ ਆਜ਼ਮ ਨੂੰ ਜਾਂ ਉਹਨਾਂ ਦੇ ਕਬੀਨਾ ਦੇ ਮੈਂਬਰਸ ਨੂੰ, ਕਿ ਸਾਡਾ ਰੋਲ ਜਿਹੜਾ ਹੈ ਉਹ ਘੱਟ ਹੋ ਰਿਹਾ ਹੈ ਜਾਂ ਖ਼ਤਮ ਹੋ ਰਿਹਾ ਹੈ, ਜਾਂ ਹਕੂਮਤ ਪਹਿਲੇ ਜਿਹੜੀ ਮੈਂਡੇਟ ਦਾ ਮਸਲਾ ਉਹਦੇ ਵਾਸਤੇ ਲੋਕ ਸਵਾਲ ਉਠਾ ਰਹੇ ਨੇ, ਇਹਦੀ ਸਾਖ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਹੈਗਾ, ਅਤੇ ਫਿਰ ਉਹ ਜਿਹੜੇ ਨੇ ਉਹ ਯਕੀਨਨ ਉਸ ਆਪਸ਼ਨ ਵੱਲ ਜਾਣਗੇ ਜਿਹਦੇ ਮੈਂ ਇੱਕ ਪਿਛਲੇ ਵੀਲੌਗ ਦੇ ਵਿੱਚ ਵੀ ਗੱਲ ਕੀਤੀ ਸੀ। ਜਦੋਂ ਫੈਸਲਾ ਆਇਆ ਸੀ ਤਾਂ ਉਹਦੇ ਉੱਤੇ ਮੈਂ ਵੀਲੌਗ ਕੀਤਾ ਸੀ ਕਿ ਹਕੂਮਤ ਨੂੰ ਜਦੋਂ ਨਜ਼ਰ ਆਇਆ ਕਿ ਸਾਰੀਆਂ ਚੀਜ਼ਾਂ ਉਹਦੇ ਹੱਥੋਂ ਨਿਕਲ ਰਹੀਆਂ ਨੇ, ਸਾਖ ਪਹਿਲੇ ਬਰਬਾਦ ਹੋ ਗਈ ਉਹਨਾਂ ਦੀ ਪਾਰਟੀ ਦੀ ਜਿਹੜੇ ਜਮਹੂਰੀਅਤ ਦੇ ਹਵਾਲੇ ਨਾਲ ਹੈਗੀ ਸੀ, ਫਿਰ ਜਿਹੜੀ ਹੈਗੀ ਸੀ ਗਵਰਨੈਂਸ ਦੇ ਹਵਾਲੇ ਨਾਲ ਸਾਖ ਉਹ ਵੀ ਬਰਬਾਦ ਹੋ ਗਈ, ਮਹਿੰਗਾਈ ਨੂੰ ਉਹ ਰੋਕ ਨਹੀਂ ਸਕੇ। PDM ਨੇ, ਤੁਹਾਨੂੰ ਯਾਦ ਹੋਏਗਾ, ਮਿਲ ਕੇ ਇੱਕ ਕੰਪੇਨ ਚਲਾਈ ਸੀ PTI ਦੀ ਹੁਕੂਮਤ ਦੇ ਖਿਲਾਫ ਮਹਿੰਗਾਈ ਦੇ ਹਵਾਲੇ ਨਾਲ, ਅਤੇ ਉਸ ਸਤ੍ਹਾ ਦੀ ਮਹਿੰਗਾਈ ਅਤੇ ਅੱਜ ਦੀ ਮਹਿੰਗਾਈ ਦਾ ਤਕਾਬਲ ਕਰੋਗੇ ਤਾਂ ਤੁਹਾਨੂੰ ਵਾਜ਼ੇ ਨਜ਼ਰ ਆਏਗਾ ਕਿ ਇਹ ਗਵਰਨਮੈਂਟ ਔਰ ਇਹਨਾਂ ਦੇ ਇਤਿਹਾਦੀ ਨਾਕਾਮ ਹੋ ਗਏ। ਅਤੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਦੇ ਨਾਲ ਮਿਲ ਕੇ ਇੱਕ ਨਵੀਂ ਸਿਚੁਏਸ਼ਨ ਇਹ ਬਣਨ ਰਹੀ ਹੈ ਕਿ ਇਮਰਾਨ ਖਾਨ ਔਰ ਤਹਿਰੀਕ ਇਨਸਾਫ ਉਹ ਕਿਤੇ ਨਾ ਕਿਤੇ ਬਾਰਗੇਨ ਦੀ ਪੋਜੀਸ਼ਨ 'ਚ ਆ ਗਏ ਨੇ, ਔਰ ਇਹ ਜਿਹੜੇ ਲੋਕ ਨੇ ਇਹ ਵਿੱਚੋਂ ਗੈਰ ਅਹਿਮ ਹੁੰਦੇ ਜਾ ਰਹੇ ਨੇ ਵਕਤ ਦੇ ਨਾਲ ਨਾਲ। ਅਤੇ ਗੈਰ ਅਹਿਮ ਹੋਣ ਦੇ ਇਹ ਉਸ ਸਟੈਪ 'ਤੇ ਆਉਣ 'ਤੇ ਜਿੱਥੇ ਕੁੱਲੀ ਤੌਰ 'ਤੇ ਗੈਰ ਅਹਿਮ ਹੋ ਜਾਣ, ਮੇਰਾ ਖਿਆਲ ਹੈ ਉਸ ਤੋਂ ਪਹਿਲੇ ਕੁਇਟ ਕਰ ਜਾਣਗੇ। ਮੇਰਾ ਇਹ ਤਜਜ਼ੀਆ ਹੈ। ਉਹ ਕਿੰਨੀ ਦੇਰ ਲੱਗਦੀ ਹੈ, ਉਹ ਸਾਲ ਲੱਗਦਾ ਹੈ, 6 ਮਹੀਨੇ ਲੱਗਦੇ ਨੇ ਜਾਂ 2 ਮਹੀਨੇ ਲੱਗਦੇ ਨੇ, ਇਹਦਾ ਤਯਨ ਅਗਲੇ ਵਾਕਿਆਤ ਦੀ ਰਫਤਾਰ 'ਤੇ ਹੋਏਗਾ ਕਿ ਕਿੰਨੀ ਤੇਜ਼ੀ ਦੇ ਨਾਲ ਵਾਕਿਆਤ ਹੁੰਦੇ ਨੇ। ਅਗਰ ਤਾਂ ਬਹੁਤ ਤੇਜ਼ੀ ਨਾਲ ਇਹਨਾਂ ਦੇ ਮੁਖਾਲਫ ਵਾਕਿਆਤ ਔਰ ਸੂਰਤ ਹਾਲ ਹੋਣਾ ਸ਼ੁਰੂ ਹੋ ਗਈ ਅਤੇ ਫਿਰ ਉਨੀ ਹੀ ਤੇਜ਼ੀ ਦੇ ਨਾਲ ਗਵਰਨਮੈਂਟ ਜਿਹੜੀ ਇਹ ਖ਼ਤਮ ਹੋ ਸਕਦੀ। ਅਤੇ ਇਹ ਅੱਜ ਦਾ ਇੱਕ ਤਾਜ਼ਾ ਤਜਜ਼ੀਆ ਸੀ ਪੋਲੀਟੀਕਲ ਸਿਚੁਏਸ਼ਨ ਦਾ, ਜਿਹਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਜ਼ਰੂਰੀ ਸੀ। ਜਿੰਦੇ ਰਹੋ, ਵਸਦੇ ਰਹੋ ਔਰ ਸਬਸਕ੍ਰਾਈਬ ਕਰਦੇ ਰਹੋ।